आसा महला पहला, एक आवें एक जावें आई, एक हर राते रहे समाई, एक धरन गगन में ठौर न पावें, से कर्महीन हर नाम न ध्यावें, गुरपूरे ते गत मित पाई, ए संसार बिखवत अत बहुचल, गुर शब्दी हर पार रंगाई, रहाओ जिनको आप लय प्रभ मेल, तिनको काल न सकै पेल, गुरमुख निर्मल रहे प्यारे, ज्यों जल अंब ऊपर कमल निरारे, बुरा भला कहो किसनु कहिए, दिसै ब्रह्म गुरमुख सच लईए, अकथ कथों गुरमत विचार, मिल गुर संगत पामो पार, शास्त्र भेद सिमरत बहु भेद, अठ सठ मज्जन हर रस रेद, गुरमुख निर्मल मैल न लागै, नानक हिरदय नाम ਵੱਡੇ ਧੁਰ ਭਾਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਅੰਦਰ ਇਹ ਗੱਲ ਸਮਝਾਉਂਦੇ ਨੇ। ਗੁਰਪੂਰੇ ਤੇ ਗਤ ਮਿਤ ਪਾਈ, ਆਖਿਆ ਗੁਰੂਪੂਰੇ ਦੀ ਸੰਗਤ, ਗੁਰੂਪੂਰੇ ਦਾ ਉਪਦੇਸ਼, ਗੁਰੂ ਪੂਰੇ ਦੇ ਦੱਸੇ ਰਾਹ ਤੇ ਚੱਲਣ ਕਰਕੇ ਗਤ ਉਸ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਲਈ। ਮਿੱਤ ਉਹ ਮਰਿਆਦਾ, ਉਹ ਜੀਵਨ ਜਾਚ ਸਮਝ ਆ ਜਾਂਦਾ। ਗੁਰ ਪੂਰੇ ਤੇ ਗਤ ਮਿਤ ਪਾਈ, ਇਹ ਸੰਸਾਰ ਬਿਖਵਤ ਅਤ ਭਉਜਲ, ਗੁਰ ਸ਼ਬਦੀ ਹਰ ਪਾਰ ਲੰਘਾਈ। ਇਹ ਸੰਸਾਰ, ਕਈ ਪ੍ਰੇਮੀ ਇਹੋ ਪੜ੍ਹਦੇ ਨੇ ਭਾਈ ਇਹ ਜਿਹੜਾ ਹਾਏ ਨੂੰ ਔਂਕਰ ਹੈ ਇਹ ਇਹੋ ਨਹੀਂ ਬਣਾਉਂਦਾ। ਇਹ ਸੰਸਾਰ, ਜਿਸ ਸੰਸਾਰ ਵਿੱਚ ਅਸੀਂ ਆਏ ਹਾਂ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਾਂ ਡੂਬੀ ਹਲੇ। ਇਹ ਸੰਸਾਰ ਬਿਖਵਤ ਅਤ ਬਹੁਜਲ। ਦੇਖੋ ਹੁਣ ਇੱਥੇ ਬਿਖ ਦੇ ਕੱਖੇ ਨੂੰ ਵੀ ਔਂਕੜ ਹੈ, ਪਰ ਇਹਨੂੰ ਕੋਈ ਬਿਖੋ ਨਹੀਂ ਪੜ੍ਹਦਾ, ਬਿਖ ਨਹੀਂ ਪੜ੍ਹਦਾ। ਇਹ ਜ਼ਹਿਰ ਵਰਗਾ ਹੈ, ਇਹ ਸੰਸਾਰ ਵਿਓਲਾ ਹੈ। ਮਹਾਰਾਜ ਤੇ ਹਰ ਤਰੀਕੇ ਨਾਲ ਸਮਝਾਉਂਦੇ ਨੇ। ਉਹ ਭਾਈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤੇ ਖੇਲ ਰਚਾਇਆ। ਕਈ ਕਹਿਣਗੇ ਜੀ ਮਾਤਾ ਦੇ ਘਰ ਵਿੱਚ ਤੇ ਜਠਰ ਅਗਨੀ ਸੀ, ਇੱਥੇ ਕਿਹੜੀ ਅੱਗ ਹੈ? ਮਹਾਰਾਜ ਕਹਿੰਦੇ ਇੱਥੇ ਉਦੋਂ ਵੀ ਖਤਰਨਾਕ ਅੱਗ। ਇਹ ਜਿਹੜੀ ਵਿਸ਼ੇ ਵਿਕਾਰਾਂ ਦੀ ਅੱਗ ਹੈ, ਜਿਹੜੀ ਮਾਇਆ ਦੀ ਅੱਗ ਹੈ, ਇਹ ਉਦੋਂ ਵੀ ਖਤਰਨਾਕ। ਇਹ ਸੰਸਾਰ ਬਿਖਵਤ ਅਤ ਬਹੁਜਲ, ਇਹ ਵਿਓਲਾ ਸੰਸਾਰ ਹੈ, ਜ਼ਹਿਰੀਲਾ ਹੈ। ਇਹਦੇ ਵਿੱਚ ਤਰਨਾ ਸਾਡੇ ਵੱਸ ਦੀ ਗੱਲ ਨਹੀਂ। ਗੁਰ ਸ਼ਬਦੀ ਹਰ ਪਾਰ ਲੰਘਾਈ, ਗੁਰੂ ਦੇ ਸ਼ਬਦ ਨਾਲ ਜੁੜਿਆ ਵਾਹਿਗੁਰੂ ਪਾਰ ਲੰਘਾ ਦਿੰਦਾ, ਪਰਲੇ ਬੰਨੇ ਲਾ ਦਿੰਦਾ, ਭਾਵ ਇਸ ਸੰਸਾਰ ਵਿੱਚ ਡੁੱਬਣ ਨਹੀਂ ਦਿੰਦਾ। ਆਓ ਹੁਣ ਸ਼ਬਦ ਦੀ ਆਰੰਭ ਤੋਂ ਵਿਚਾਰ ਕਰੀ। ਇੱਕ ਆਵੇਂ ਇੱਕ ਜਾਵੇਂ ਆਈ। ਹੁਣ ਕਿਉਂਕਿ ਇੱਥੇ ਇੱਕ ਅੱਖਰ 3-4 ਵਾਰੀ ਵਰਤਿਆ, ਔਰ ਇਸ ਦੇ ਸਪੈਲਿੰਗ ਵੀ ਬੜੇ ਧਿਆਨ 'ਚ ਲਿਆਉਣ ਵਾਲੇ ਨੇ। ਹੁਣ ਸਾਨੂੰ ਨੋਟ ਕਰਨਾ ਪਵੇਗਾ ਕਿ ਗੁਰਬਾਣੀ ਵਿੱਚ ਇੱਕ ਕਿੰਨੇ ਰੂਪਾਂ ਵਿੱਚ ਆਉਂਦਾ। ਇੱਕ ਆਉਂਦਾ ਈੜੀ ਨੂੰ ਸਿਆਰੀ, ਕੱਕੇ ਨੂੰ ਔਂਕੜ ਇੱਕ।
ਇੱਕ ਆਉਂਦਾ ਈੜੀ ਨੂੰ ਸਿਆਰੀ ਕੱਕਾ ਮੁਕਤਾ ਇੱਕ ਆਇਆ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਇੱਕ। ਉਚਾਰਨ ਤੇ ਤਿੰਨਾਂ ਦਾ ਇੱਕ ਹੈ। ਜਿੱਥੇ ਇੱਕ ਦੇ ਕੱਕੇ ਨੂੰ ਔਂਕੜ ਹੈ ਉਹ ਨਾਉਨ ਪੁਲਿੰਗ ਇੱਕ ਵਚਨ ਹੈ। ਜਿਵੇਂ ਸਭਨਾ ਜੀਆਂ ਕਾ ਇੱਕ ਦਾਤਾ, ਉੱਥੇ ਇੱਕ ਦੇ ਕੱਕੇ ਨੂੰ ਔਂਕੜ ਹੈ। ਪਰ ਉਸ ਤੋਂ ਪਹਿਲੀ ਪੰਕਤੀ 'ਚ ਘੁਰਾ ਇੱਕ ਦੇ ਬੁਝਾਈ, ਇੱਥੇ ਇੱਕ ਦਾ ਕੱਕਾ ਮੁਕਤਾ। ਉਚਾਰਨ ਉਸਦਾ ਵੀ ਇੱਕ ਹੈ, ਉਚਾਰਨ ਇਹਦਾ ਵੀ। ਇਹ ਇੱਕ ਜਿਹੜਾ ਇਸਤਰੀ ਲਿੰਗ ਹੈ। ਹੇ ਸਤਿਗੁਰਾ ਸਾਨੂੰ ਇੱਕ ਸਮਝ ਦੇ ਦੇ। ਤੇ ਇਹ ਜਿਹੜਾ ਇੱਕ ਹੈ ਕੱਕੇ ਨੂੰ ਸਿਆਰੀ ਵਾਲਾ, ਇਹਦਾ ਮਤਲਬ ਹੈ ਕੁਝ। ਇੱਕ ਆਵੇਂ ਇੱਕ ਜਾਵੇਂ ਆਈ। ਕੁਝ ਜੀਵ ਐਸੇ ਨੇ ਜਿਹੜੇ ਜੰਮਦੇ ਹਨ ਤੇ ਜੰਮ ਕੇ ਮਰ ਜਾਂਦੇ ਨੇ ਤੇ ਆਉਣ ਜਾਣ ਦੇ ਚੱਕਰ ਵਿੱਚ ਪਏ ਰਹਿੰਦੇ ਨੇ। ਫਿਰ ਧਿਆਨ ਦਿਓ, ਇੱਕ ਆਵੇਂ ਇੱਕ ਜਾਵੇਂ ਆਈ। ਇੱਕ ਆਉਂਦੇ ਹਨ, ਜੰਮਦੇ ਹਨ, ਫਿਰ ਮਰਦੇ ਹਨ, ਫਿਰ ਜੰਮਦੇ ਹਨ, ਫਿਰ ਮਰਦੇ। ਇੱਕ ਹਰ ਰਾਤੇ ਰਹੇ ਸਮਾਈ। ਇੱਕ ਉਹ ਵੀ ਭਾਗਾਂ ਵਾਲੇ ਹੈਗੇ ਜਿਹੜੇ ਗੁਰੂ ਦੀ ਸੰਗਤ ਕਰਕੇ ਜੀਵਨ ਦੇ ਅੰਦਰ ਹਰੀ ਨਾਲ ਰੰਗੇ ਰਹਿੰਦੇ। ਰਹੇ ਸਮਾਈ, ਪਰਮਾਤਮਾ ਨਾਲ ਇੱਕ ਮਿਕ ਹੋਏ ਰਹਿੰਦੇ। ਇੱਕ ਧਰਨ ਗਗਨ ਮੈਂ ਠੌਰ ਨਾ ਪਾਵੇਂ। ਇੱਕ ਐਸੇ ਵੀ ਹੈ ਜਿਹੜੇ ਧਰਨ ਗਗਨ ਮੈਂ, ਧਰਤੀ ਵਿੱਚ, ਆਕਾਸ਼ ਵਿੱਚ, ਉਹਨਾਂ ਨੂੰ ਟਿਕਾਣਾ ਹੀ ਨਹੀਂ ਮਿਲਦਾ, ਭਟਕਦੇ ਹੀ ਰਹਿੰਦੇ। ਬੜੇ ਬੜੇ ਰਿੱਧੀਆਂ ਸਿੱਧੀਆਂ ਦੇ ਮਾਲਕ ਜੋਗੀ ਆਦਿਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਕਦੇ ਧਰਤੀ ਦੀ ਗੁਫਾ ਵਿੱਚ ਜਾ ਬੈਠਦੇ ਨੇ, ਕਦੇ ਅਸਮਾਨ ਵਿੱਚ ਅਡੋਰੀਆਂ ਲਾਉਂਦੇ ਨੇ। ਉਹਨਾਂ ਨੂੰ ਟਿਕਾਣਾ ਹੀ ਕੋਈ ਨਹੀਂ ਮਿਲਦਾ। ਸੇ ਕਰਮਹੀਨ ਹਰ ਨਾਮ ਨਾ ਧਿਆਵੇਂ। ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਕਰਮ ਮਾੜੇ ਨੇ। ਉਹ ਹੋਰ ਕਰਮਾਂ ਧਰਮਾਂ ਤੇ ਪਖੰਡਾਂ ਵਿੱਚ ਫਸੇ ਹੋਏ। ਹਰ ਨਾਮ ਨਾ ਧਿਆਵੇਂ, ਹਰੀ ਦੇ ਨਾਮ ਨੂੰ ਨਹੀਂ ਧਿਆਉਂਦੇ। ਉਹਨਾਂ ਨੂੰ ਇੰਨੀਆਂ ਰਿੱਧੀਆਂ ਸਿੱਧੀਆਂ ਕਰਾ ਮਾਤਾਂ ਹੋਰ ਗੱਲਾਂ ਤੋਂ ਵੇਲ ਹੀ ਨਹੀਂ। ਉਹ ਆਪ ਵੀ ਭਟਕਦੇ ਨੇ ਤੇ ਜਿਹੜੇ ਉਹਨਾਂ ਦੀ ਸੰਗਤ ਕਰਨ ਉਹਨਾਂ ਨੂੰ ਵੀ ਭਟਕਾ ਜਾਂਦਾ। ਫਿਰ ਧਿਆਨ ਦੇ, ਇੱਕ ਆਵੇਂ ਇੱਕ ਜਾਵੇਂ ਆਈ। ਇੱਕ ਹਰ ਰਾਤੇ ਰਹੇ ਸਮਾਈ। ਕਿਉਂਕਿ ਕੈਟਾਗਰੀ ਹੈ ਪਰਮਾਤਮਾ ਦੀ। ਇਸ ਰਚਨਾ ਦੇ ਅੰਦਰ ਕਈ ਤਰ੍ਹਾਂ ਦੇ ਬੰਦੇ ਤੁਹਾਨੂੰ ਮਿਲਣ। ਰੋਜ਼ ਤੁਸੀਂ ਪੜ੍ਹਦੇ ਹੋ, ਅਸੰਖ ਮੂਰਖ ਅੰਧ ਘੋਰ, ਅਸੰਗ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜ਼ੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਗ ਪਾਪੀ ਪਾਪ ਕਰ ਜਾਹੇ, ਅਸੰਗ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਛ ਮਲ ਭਗ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਿ ਵਿਚਾਰ। ਕਿੰਨਿਆਂ ਕੁ ਦੀ ਗਿਣਤੀ ਕਰੀ? ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਅਸੀਂ ਸਭ ਜਾਣਦੇ ਹਾਂ ਕਿ ਸੰਸਾਰ ਵਿੱਚ ਕਿੰਨੀ ਕਿਸਮ ਦੇ ਲੋਕ ਹਨ। ਇੱਕ ਆਵੇਂ ਇੱਕ ਜਾਵੇਂ ਆਈ। ਇੱਕ ਹਰ ਰਾਤੇ ਰਹੇ ਸਮਾਈ। ਇੱਕ ਧਰਨ ਗਗਨ ਮੈਂ ਠੌਰ ਨਾ ਪਾਵੇਂ, ਸੇ ਕਰਮਹੀਣ ਹਰ ਨਾਮ ਨਾ ਧਿਆਵੇਂ। ਉਹਨਾਂ ਦੇ ਮੰਦੇ ਕਰਮ ਹਨ ਜਿਹੜੇ ਹਰੀ ਦਾ ਨਾਮ ਨਹੀਂ ਚਾਹੁੰਦੇ। ਹੋਰ ਪਖੰਡਾਂ ਵਿੱਚ ਫਸੇ ਹੋਏ, ਹੋਰ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਿੱਚ ਫਸੇ ਹੋ। ਮੈਂ ਕਈ ਵਾਰੀ ਦੇਖਦਾ, ਕਈ ਬਾਣੀ ਦਾ ਪਾਠ ਕਰਨ ਵਾਲੇ ਵੀ ਐਸੇ ਸਵਾਲ ਕਰ ਦਿੰਦੇ ਜਿਹੜੀ ਗੱਲ ਗੁਰਬਾਣੀ ਵਿੱਚੋਂ ਸਮਝਣ ਵਾਲੀ, ਮੰਨਣ ਵਾਲੀ, ਲੈਣ ਵਾਲੀ ਉਧਰ ਨਹੀਂ ਜਾਣਗੇ, ਹੁਜਤਾਂ ਕਰਨਗੇ। ਆਪਾਂ ਨੇ ਅੱਗੇ ਵਿਚਾਰਿਆ ਨਾ, ਗੁਰਮਤਿ ਸਾਚੀ ਹੁਜਤ ਦੂਰ। ਇਹ ਜਿਹੜੀਆਂ ਹੁਜਤਾਂ ਨੇ ਤੇ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੀਆਂ। ਗੁਰੂ ਦੇ ਦੱਸੇ ਰਾਹ ਤੇ ਚੱਲੀ।
तो पातशाह ने पहले पद ਵਿੱਚ ਸਪਸ਼ਟ ਕਰ ਦਿੱਤਾ ਬਈ ਪਰਮਾਤਮਾ ਦੀ ਬੇਅੰਤ ਰਚਨਾ ਵਿੱਚ ਬੇਅੰਤ ਜੀਵ ਹਨ ਔਰ ਉਹਨਾਂ ਦੀ ਹਾਲਤ ਇਹ ਹੈ, ਇੱਕ ਆਵੇਂ ਇੱਕ ਜਾਵੇਂ ਆਈ, ਇੱਕ ਹਰ ਰਾਤੇ ਰਹੇ ਤਮਾਈ, ਇੱਕ ਧਰਨ ਗगन में ठौर न पावे, से ਕਰਮਹੀਣ ਹਰ ਨਾਮ ਨਾ ਧਿਆਵੇਂ। ਉਹਨਾਂ ਨੂੰ ਮਾੜੇ ਕਰਮਾਂ ਵਾਲੇ ਸਮਝੋ, ਉਹਨਾਂ ਨੂੰ ਬਦਬਖਤ ਸਮਝੋ, ਬਦਕਿਸਮਤ ਸਮਝੋ, ਜਿਹੜੇ ਹੋਰ ਕਰਮ ਕਾਂਡਾਂ ਵਿੱਚ ਫਸੇ ਹੋਏ ਨੇ, ਹਰੀ ਦਾ ਨਾਮ ਨਹੀਂ ਚਾਹੁੰਦੇ। ਫਿਰ ਪਾਤਸ਼ਾਹ ਕਹਿੰਦੇ ਗੁਰ ਪੂਰੇ ਤੇ ਗਤ ਮਿਤ ਪਾਈ, ਭਾਈ ਗੁਰੂ ਪੂਰੇ ਦੀ ਸੰਗਤ ਕਰਨ ਕਰਕੇ, ਗੁਰੂ ਪੂਰੇ ਦੀ ਦੱਸੀ ਹੋਈ ਜੀਵਨ ਜਾਚ ਨੂੰ ਅਪਣਾਉਣ ਕਰਕੇ ਉਹਨਾਂ ਨੂੰ ਉੱਚੀ ਆਤਮਿਕ ਅਵਸਥਾ ਮਿਲਦੀ, ਉਹਨਾਂ ਨੂੰ ਜੀਵਨ ਦੀ ਮਰਿਆਦਾ ਦਾ ਪਤਾ ਲੱਗ ਜਾਂਦਾ ਬਈ ਇਹਨੂੰ ਇਵੇਂ ਸਫਲ ਕਰਨਾ। ਇਹ ਸੰਸਾਰ ਬਿਖਵਤ ਅਤ ਬਹੁਜਲ, ਇਹ ਸੰਸਾਰ ਹੈ ਤੇ ਬੜਾ ਜ਼ਹਿਰੀਲਾ ਹੈ ਤੇ ਬਹੁਤ ਭੌਜਲ, ਔਖਾ ਹੈ, ਇਹਨੂੰ ਤਰਨਾ ਬਹੁਤ ਕਠਿਨ। ਪਰ ਗੁਰ ਸ਼ਬਦੀ ਹਰ ਪਾਰ ਲੰਘਾਈ, ਪੜ੍ਹਦੇ ਰੋਜ਼ ਅਸੀਂ ਵਾਹਿਗੁਰੂ ਨਾਮ ਜਹਾਜ ਹੈ, ਚੜੇ ਤੋਂ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਗੁਰ ਪੂਰੇ ਤੇ ਗਤ ਮਿਤ ਪਾਈ, ਪੂਰੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ। ਇਸ ਲਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹੋਰ ਚੀਜ਼ਾਂ ਮੰਗਣ ਦੀ ਬਜਾਏ ਜਦੋਂ ਗੁਰੂ ਦੇ ਦਰ ਤੇ ਆਓ ਇੱਕੋ ਹੀ ਚੀਜ਼ ਮੰਗਿਆ ਕਰੋ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। हे ਸਤਿਗੁਰਾ, ਜੇ ਤੁਠੇ ਹੋ, ਜੇ ਦਇਆ ਦੇ ਘਰ ਵਿੱਚ ਆਏ ਹੋ, ਬਸ ਸਾਨੂੰ ਤੇ ਉਸ ਪਰਮਾਤਮਾ ਨਾਲ ਜੋੜ। ਪਾਤਸ਼ਾਹ ਤੇ ਕਹਿੰਦੇ ਨੇ ਮਾਈ ਮਾਇਆ ਛਲ, ਤਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ, ਸਿਮਰਿਤ ਵੇਦ ਪੁਰਾਨ ਪੁਕਾਰਨ ਪੋਥੀਆਂ, नाम बिना तब कूड़ गाली हो छियाँ, नाम निधान अपार भगता मन वसै। भाई नाम सब तो होते, नाम ਦਾ ਪੱਲਾ ਫੜੋ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੰਸਾਰ ਬੜਾ ਜ਼ਹਿਰੀਲਾ ਹੈ, ਇਹਨੂੰ ਤਰਨਾ ਬੜਾ ਮੁਸ਼ਕਲ ਹੈ, ਪਰ ਤਰਿਆ ਵੀ ਜਾ ਸਕਦਾ। ਗੁਰ ਪੂਰੇ ਤੇ ਗਤ ਮਿਤ ਪਾਈ, ਇਹ ਸੰਸਾਰ ਬਿਖਵਤ ਅਤ ਬਹੁਜਲ, ਗੁਰ ਸ਼ਬਦੀ ਹਰ ਪਾਰ ਲੰਘਾਈ। ਗੁਰੂ ਸ਼ਬਦ ਨਾਲ ਚੁਣੋ। ਵਾਵਾ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡਾ ਵਰਨਾ ਕੋਈ। ਬਾਣੀ ਬਹੁਤ ਉੱਤਮ ਹੈ, ਬਾਣੀ ਸਾਡੇ ਜੀਵਨ ਨੂੰ ਬਣਾ ਦਿੰਦੀ ਹੈ, ਬਾਣੀ ਸਾਡੇ ਵਿੱਚੋਂ ਸਾਰੇ ਔਗੁਣ ਕੱਢ ਦਿੰਦੀ ਹੈ। ਜਿਵੇਂ ਚੰਦਨ ਦੇ ਨੇੜੇ ਵਸੀਏ ਤੇ ਚੰਦਨ ਬਣ ਜਾਈਦਾ, ਸੱਚਮੁੱਚ ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਆ ਕੇ ਇਹ ਸੰਸਾਰ ਤਰਨ ਦੀ ਜਾਚ ਸਮਝ ਆ ਜਾਂਦੀ। ਇਸ ਲਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰ ਪੂਰੇ ਤੇ ਗਤ ਮਿਤ ਪਾਈ, ਇਹ ਸੰਸਾਰ ਬਿਖਵਤ ਅਤ ਬਹੁਜਲ, ਗੁਰ ਸ਼ਬਦੀ ਹਰ ਪਾਰ ਲੰਘਾਈ। ਰਹਾਓ ਜਿनको ਆਪ ਲਏ ਪ੍ਰਭ ਮੇਲ, ਜਿਹੜੇ ਫਿਰ ਗੁਰੂ ਸ਼ਬਦ ਦੇ ਦੱਸੇ ਰਾਹ ਤੇ ਚੱਲਦੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸ਼ਰਨਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। कितना सरल मार्ग,
ਗੁਰ ਪੂਰੇ ਤੇ ਗਤ ਮਿਤ ਪਾਈ। ਇਹ ਸੰਸਾਰ ਬਿਖਵਤ ਅਤ ਭੌਜਲ, ਗੁਰ ਸ਼ਬਦੀ ਹਰ ਪਾਰ ਲੰਘਾਈ। ਰਹਾਉ ਜਿਨ ਕੋ ਆਪ ਲਏ ਪ੍ਰਭ ਮੇਲ, ਜਿਨ੍ਹਾਂ ਵਡਭਾਗੀਆਂ ਨੂੰ ਗੁਰੂ ਦੀ ਮੱਤ ਚੰਗੀ ਲੱਗਦੀ ਹੈ, ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕੇ ਜੁੜਦੇ ਨੇ। ਵਡਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭ੍ਰਮ ਚੋਟਾਂ ਖਾਵੇਂ। ਬਿਨ ਭਾਗਾਂ ਸਤ ਸੰਗ ਨ ਲੱਭੇ, ਬਿਨ ਸੰਗਤ ਮੈਲ ਭਰੀ ਜੈ ਜੀਓ। ਜਿਨ ਕੋ ਆਪ ਲਏ ਪ੍ਰਭ ਮੇਲ, ਤਿਨ ਕੋ ਕਾਲ ਨ ਸਕੈ ਪੇਲ। ਉਹਨਾਂ ਨੂੰ ਫਿਰ ਕਾਲ ਪੀੜ ਨਹੀਂ ਸਕਦਾ, ਡੇਗ ਨਹੀਂ ਸਕਦਾ, ਭਾਵ ਉਹਨਾਂ ਨੂੰ ਆਪਣੇ ਮਾਰਗ ਤੋਂ ਹਟਾ ਨਹੀਂ ਸਕਦਾ। ਉਹਨਾਂ ਨੂੰ ਮੌਤ ਦਾ ਡਰ ਹੀ ਨਹੀਂ ਰਹਿੰਦਾ। ਉਹ ਤੇ ਇਸ ਅਵਸਥਾ ਵਿੱਚ ਹੋ ਜਾਂਦੇ ਨੇ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ। सोए अचिंता जागे अचिंता, जहाँ कहाँ प्रभ तुम बरतंता। कर सुख वस्या बाहर सुख पाया, कहो नानक गुर मंत्र दृढ़ाया। जिनको आब लय प्रभ मेल, तिनको काल न साकै पेल। गुरमुख निर्मल रहे प्यारे, ਉਹ ਗੁਰੂ ਦੇ ਸਨਮੁਖ ਰਹਿੰਦੇ ਨੇ, ਉਹ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਨੇ, ਨਿਰਮਲ ਵਿਕਾਰਾਂ ਦੀ ਮੈਲ ਤੋਂ ਬਚ ਜਾਂਦੇ ਨੇ। ਦੇਖੋ ਬਾਣੀ ਨੂੰ ਪੜ੍ਹ ਸੁਣ ਕੇ ਵਿਚਾਰ ਕੇ ਲਾਭ ਤੇ ਬਣ। ਥੋੜੇ ਦਿਨ ਹੋਏ ਕਿਸੇ ਸਿੰਘ ਦਾ ਫੋਨ ਆਇਆ, ਗਿਆਨੀ ਜੀ ਸੱਚਮੁੱਚ ਅਸੀਂ ਕਈ ਗਲਤੀਆਂ ਅਣਜਾਣਪੁਣੇ ਵਿੱਚ ਕਰਦੇ, ਪਤਾ ਵੀ ਹੁੰਦਾ ਹੈ ਫਿਰ ਵੀ ਕਹੀ ਜਾਂਦੇ ਹਾਂ। ਨਹੀਂ ਜੀ ਸਹੁੰ ਗੁਰੂ ਦੀ ਇਹ ਸੌਦਾ ਇੰਨੇ ਦਾ ਹੀ ਆਇਆ, ਸਹੁੰ ਵਾਹਿਗੁਰੂ ਦੀ ਇੰਨੇ ਪੈਸੇ ਮੈਨੂੰ ਬਚਦੇ ਹੀ ਨਹੀਂ ਹੈਗੇ। ਇਹ ਸਭ ਝੂਠ ਬੋਲੀ। ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਸਮਝ ਆ ਜਾਂਦੀ ਉਹ ਕਹਿੰਦੇ ਨਹੀਂ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੈ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵੇਂ ਜਾਏ। ਤੋ ਜਿਹੜੇ ਇਸ ਤਰ੍ਹਾਂ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਉਹ ਵਿਕਾਰਾਂ ਦੀ ਮੈਲ ਤੋਂ ਬਚ ਜਾਂਦੇ ਔਰ ਪਿਆਰੇ ਬਣ ਕੇ ਪਿਆਰੇ ਨਾਲ ਜੁੜੇ ਰਹਿੰਦੇ। ਗੁਰਮੁਖ ਨਿਰਮਲ ਰਹੇ ਪਿਆਰੇ, ਜਿਉਂ ਜਲ ਅੰਬ ਉੱਪਰ ਕਮਲ ਨਰਾਰੇ। ਆਖਿਆ ਜਿਸ ਤਰ੍ਹਾਂ ਉਹ ਪਾਣੀ ਉੱਤੇ ਕਮਲ ਫੁੱਲ, ਹਾਲਾਂਕਿ ਪਾਣੀ ਵਿੱਚ ਹੀ ਹੁੰਦਾ ਹੈ, ਪਰ ਕਮਾਲ ਦੀ ਗੱਲ ਹੈ ਕਿ ਪਾਣੀ ਵਿੱਚ ਕਦੇ ਡੁੱਬਦਾ ਨਹੀਂ। ਪਾਣੀ ਵਧੀ ਜਾਏ ਕਮਲ ਫੁੱਲ ਹੋਰ ਉੱਚਾ ਹੋ ਜਾਂਦਾ। ਇਸੇ ਲਈ ਪਾਤਸ਼ਾਹ ਨੇ ਕਿਹਾ ਭਾਈ ਗੁਰੂ ਦੇ ਸ਼ਬਦ ਨਾਲ ਜੁੜਨ ਵਾਲੇ ਜਿਹੜੇ ਨੇ ਉਹਨਾਂ ਨੇ ਸੰਸਾਰ ਵਿੱਚ ਰਹਿਣਾ। ਕਿਵੇਂ ਰਹਿਣਾ? ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੀ। ਉਹ ਸਦਾ ਆਪਣੀ ਸੁਰਤ ਨੂੰ ਗੁਰੂ ਸ਼ਬਦ ਨਾਲ ਜੋੜੀ ਰੱਖਦੇ ਔਰ ਉਹਨਾਂ ਉੱਤੇ ਕੋਈ ਰੰਚਕ ਮਾਤਰ ਵੀ ਕਿਸੇ ਵਿਕਾਰ ਦਾ, ਕਿਸੇ ਉਤਰਾ ਚੜਾ ਦਾ ਅਸਰ ਹੀ ਨਹੀਂ ਹੁੰਦਾ। ਜਿਨ ਕੋ ਆਬ ਲਏ ਪ੍ਰਭ ਮੇਲ, ਤਿਨ ਕੋ ਕਾਲ ਨ ਸਕੈ ਪੇਲ। ਗੁਰਮੁਖ ਨਿਰਮਲ ਰਹੇ ਪਿਆਰੇ, ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ। ਜਿਵੇਂ ਪਾਣੀ ਦੇ ਉੱਤੇ ਕਮਲ ਫੁੱਲ ਨਿਰਲੇਪ ਰਹਿੰਦੇ। ਲਓ ਤੀਜੇ ਪਦ ਵਿੱਚ ਮਹਾਰਾਜ ਕਹਿੰਦੇ ਨੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ। ਭਾਈ ਸਾਡੀ ਤੇ ਸਮਰੱਥਾ ਨਹੀਂ, ਅਸੀਂ ਕਿਸੇ ਨੂੰ ਬੁਰਾ ਭਲਾ ਕਹੀ ਨਹੀਂ, ਕਿਉਂਕਿ ਸਾਰਿਆਂ ਵਿੱਚ ਬ੍ਰਹਮ ਹੈ, ਸਾਰੇ ਬ੍ਰਹਮ ਦਾ ਰੂਪ ਨੇ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਦਿਸੈ ਬ੍ਰਹਮ ਗੁਰਮੁਖ ਸੱਚ ਲਈਏ। ਭਾਈ ਬ੍ਰਹਮ ਤੇ ਸਾਰਿਆਂ ਵਿੱਚ,
ਪਰ ਜਿਹੜੇ ਗੁਰੂ ਦੀ ਗੱਲ ਮੰਨ ਲੈਂਦੇ ਨੇ ਉਹ ਸੱਚ ਨੂੰ ਪ੍ਰਾਪਤ ਕਰ ਲੈਂਦੇ, ਉਹਨਾਂ ਨੂੰ ਪ੍ਰਤੱਖ ਹੋ ਜਾਂਦਾ। ਜਿਨ੍ਹਾਂ ਨੂੰ ਪ੍ਰਤੱਖ ਹੋ ਜਾਂਦਾ ਉਹਨਾਂ ਨੂੰ ਫਿਰ ਕੋਈ ਭੁਲੇਖਾ ਹੀ ਨਹੀਂ ਰਹਿੰਦਾ। ਇਸੇ ਲਈ ਭਗਤ ਜੀ ਕਹਿੰਦੇ ਨੇ, ਭਾਈ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਸਾਡਾ ਮਿੱਤਰ ਤੇ ਉਹ ਹੈ ਜਿਹੜਾ ਸਾਡੇ ਸ਼ਹਿਰ ਵਿੱਚ ਰਹਿੰਦਾ, ਤੇ ਸਾਡਾ ਸ਼ਹਿਰ ਉਹ ਹੈ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਾਹੀ ਤੇ ਠਾਉ, ਨਾ ਤਸਵੀਤ ਖਿਰਾਜ ਨ ਮਾਲ, खौफ न खता न तरस जुहाल, वहाँ खैर सदा मेरे भाई, कायम दायम सदा पातशाही, दोम न सेम एक सो आई। आख्या उत्थे कोई इस तरह के वितकरे नहीं है। तो बुरा भला को किसनू कहिए, दिसै ब्रह्म गुरमुख सच लईए, अकथ कथों गुरमत विचार। ਅਕਥ ਕਥੋਂ, ਉਹ ਪਰਮਾਤਮਾ ਜੋ ਅਕਥ, ਜਿਸ ਨੂੰ ਕਥਿਆ ਨਹੀਂ ਜਾ ਸਕਦਾ, ਪਰ ਜੇ ਗੁਰੂ ਦੀ ਵਿਚਾਰ ਨਾਲ ਜੁੜੀਏ ਫਿਰ ਉਹਦੀਆਂ ਕਥਾ ਹੁੰਦੀਆਂ ਨੇ, ਫਿਰ ਉਹਦਾ ਚਰਚਾ ਹੁੰਦਾ, ਫਿਰ ਉਹਦੇ ਗੁਣਾਂ ਦੀ ਵਿਚਾਰ ਹੁੰਦੀ। ਮਿਲ ਗੁਰ ਸੰਗਤ ਪਾਉ ਪਾਰ, ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ, ਮਿਲਦੇ ਲੱਲੇ ਨੂੰ ਸਿਆਰੀ ਹੈ, ਮਿਲ ਕੇ ਉਸ ਪਰਮਾਤਮਾ ਦੀ ਕੀਰਤੀ ਕਰੀਏ। ਇੱਕ ਜਹਾਜ਼ ਹੈ, ਔਰ ਜਿਹੜੇ ਜਹਾਜ਼ ਵਿੱਚ ਬੈਠ ਜਾਣਗੇ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਣ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਦੀਸੈ ਬ੍ਰਹਮ ਗੁਰਮੁਖ ਸੱਚ ਲਈਏ, ਅਕਥ ਕਥੋਂ ਗੁਰਮਤਿ ਵਿਚਾਰ, ਮਿਲ ਗੁਰ ਸੰਗਤ ਪਾਵੋਂ ਪਾਰ। ਸੰਗਤ ਐਸੀ ਚੀਜ਼ ਹੈ। ਲਓ ਅਖੀਰ ਵਿੱਚ ਮਹਾਰਾਜ ਕਹਿੰਦੇ ਨੇ, ਸ਼ਾਸਤ ਭੇਦ ਸਿਮਰਤ ਬਹੁ ਭੇਦ। ਭਾਈ ਅਸੀਂ ਕਿਸੇ ਸ਼ਾਸਤਰ ਨੂੰ, ਵੇਦ ਨੂੰ, ਸਿਮਰਤੀ ਨੂੰ ਮਾੜਾ ਨਹੀਂ ਕਹਿੰਦੇ, ਪਰ ਉਹਨਾਂ ਵਿੱਚ ਭੇਦ ਬੜੇ ਨੇ। ਇੱਕ ਕਹਿ ਰਿਹਾ ਪਰਮਾਤਮਾ ਇਹੋ ਜਿਹਾ, ਦੂਜਾ ਕਹਿ ਰਿਹਾ ਇਹੋ ਜਿਹਾ, ਤੀਜਾ ਕਹਿ ਰਿਹਾ, ਉਹਨਾਂ ਦੀ ਇੱਕ ਸੁਰਤਾ ਹੀ ਨਹੀਂ ਹੈ। ਬਹੁਤ ਭੇਦ, ਉਹਨਾਂ ਵਿੱਚ ਲੋਕ ਹੋਰ ਉਲਝੇ ਪਏ। ਸ਼ਾਸਤ ਵੇਦ ਸਿਮਰਤ ਬਹੁ ਭੇਦ, ਅਠਸੜ ਮੱਜਨ ਹਰ ਰਸ ਰੇਦ। ਪਰ ਗੁਰੂ ਇਹ ਸਮਝਾਉਂਦਾ, ਜਿਸ ਦੇ ਰੇਦ ਹਿਰਦੇ ਵਿੱਚ ਹਰੀ ਦਾ ਰਸ ਆ ਗਿਆ, ਬਸ ਉਹਨੂੰ ਸਾਰੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਵੀ ਮਿਲ ਗਿਆ। ਇਹ ਬੜੀ ਬਰੀਕ ਗੱਲ ਹੈ। ਸ਼ਾਸਤ ਵੇਦ ਸਿਮਰਤ ਬਹੁ ਭੇਦ, ਉਹਨਾਂ ਵਿੱਚ ਬੜੇ ਫਰਕ ਹਨ, ਬੜੇ ਅੰਤਰੇ ਹਨ, ਇੱਕ ਦੂਜੇ ਨਾਲ ਉਹਨਾਂ ਦੀ ਸਲਾਹ ਨਹੀਂ ਰਲਦੀ। ਪਰ ਗੁਰਦੇਵ ਕਹਿੰਦੇ ਨੇ, ਜਿਹਦੇ ਹਿਰਦੇ ਵਿੱਚ ਹਰੀ ਦਾ ਨਾਮ ਵਸ ਗਿਆ ਉਹਦੇ 68 ਤੀਰਥ ਹੋ ਗਏ। ਸਮਝੋ ਮਾਘ ਮੱਝਨ ਸਿੰਘ ਸਾਧੂਆਂ, ਤੂੜੀ ਕਰੀ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਲਓ ਅਖੀਰ 'ਚ ਮਹਾਰਾਜ ਨਿਚੋੜ ਕਰਦੇ ਨੇ, ਗੁਰਮੁਖ ਨਿਰਮਲ ਮੈਲ ਨਾ ਲਾਗੇ। ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ, ਜਿਹੜੇ ਗੁਰੂ ਦੇ ਦੱਸੇ ਰਾਹ 'ਤੇ ਚੱਲਦੇ ਨੇ, ਉਹ ਵਿਕਾਰਾਂ ਦੀ ਮੈਲ ਤੋਂ ਰਹਿਤ ਨਿਰਮਲ ਹੋ ਜਾਂਦੇ, ਉਹਨਾਂ ਨੂੰ ਮੈਲ ਲੱਗਦੀ ਨਹੀਂ। ਨਾਨਕ ਹਿਰਦੈ ਨਾਮ ਵੱਡੇ ਤੁਰ ਭਾਗੈ। ਨਾਨਕ ਜੀ ਫਰਮਾਉਂਦੇ ਨੇ, ਉਹਨਾਂ ਦੇ ਹਿਰਦੇ ਵਿੱਚ ਹਿਰਦੈ ਨਾਮ, ਹਿਰਦੇ ਦੇ ਦੱਦੇ ਨੂੰ ਦੋ ਲਾਵਾਂ ਨੇ, ਹਿਰਦੇ 'ਚ ਨਾਮ ਵਸ ਜਾਂਦਾ। ਵੱਡੇ ਤੁਰ ਭਾਗ, ਇਹ ਉਹ ਤੁਰੋਂ ਹੀ ਵੱਡੇ ਭਾਗਾਂ ਵਾਲੇ ਨੇ, ਬੜੇ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਗਈ, ਔਰ ਜਿਹੜੇ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਇਹਨਾਂ ਭਰਮਾਂ ਕਰਮਾਂ ਤੋਂ ਬਚ ਕੇ ਇੱਕ ਪਰਮਾਤਮਾ ਨਾਲ ਜੁੜ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।